ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਜੋ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਸ਼ੁਰੂ ਕੀਤੀ ਹੋਈ ਹੈ, ਆਓ ਸਾਰੇ ਰਲ ਮਿਲ ਕੇ ਅੱਗੇ ਵਿਚਾਰ ਕਰੀਏ, ਸਮਝੀਏ, ਕਮਾਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਕਲਯੁਗ ਦੇ ਵਿੱਚ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਇਸ ਜਨਮ ਦਾ ਲਾਹਾ ਖੱਟ ਸਕੀਏ। ਆਪਾਂ ਵਿਚਾਰ ਸ਼ੁਰੂ ਕੀਤੀ ਸੀ ਗੌੜੀ ਸੁਖਮਨੀ ਦੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। 4 ਅਸ਼ਟਪਦੀਆਂ ਆਪਾਂ 4 ਪਦੇ ਆਪਾਂ ਵਿਚਾਰੇ ਸੀ ਪਹਿਲੀ ਅਸ਼ਟਪਦੀ ਦੇ, ਤੇ ਅੱਗੇ ਅੱਜ ਸ਼ੁਰੂ ਕਰਾਂਗੇ। ਆਪਾਂ ਵਿਚਾਰ ਕੀਤੀ ਸੀ ਉਸ ਦਿਨ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭੂ ਸਿਮਰਨ ਤੇ ਆਪਾਂ ਵਿਚਾਰ ਕੀਤੀ ਸੀ, ਸ਼ੁਰੂ ਕੀਤੀ ਸੀ ਕਿ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਸਾਨੂੰ ਕੀ ਲਾਭ ਹੁੰਦਾ ਹੈ, ਕੀ ਫਾਇਦਾ ਹੈ, ਕਿਉਂ ਅਸੀਂ ਪ੍ਰਭੂ ਦਾ ਸਿਮਰਨ ਕਰਨਾ ਹੈ। ਤੇ ਸਤਿਗੁਰੂ ਜੀ ਸਾਨੂੰ ਸਭ ਤੋਂ ਪਹਿਲਾਂ ਪ੍ਰਭੂ ਸਿਮਰਨ ਦੇ ਹੀ ਸਾਨੂੰ ਲਾਭ ਦੱਸਦੇ ਨੇ ਕਿ ਪ੍ਰਭੂ ਜੀ ਦੇ ਸਿਮਰਨ ਦੇ ਨਾਲ ਸਾਡੇ ਮਨ ਦੀ ਮੈਲ ਖਤਮ ਹੋ ਜਾਂਦੀ ਹੈ, ਮਨ ਨਿਰਮਲ ਹੋ ਜਾਂਦਾ ਹੈ, ਸਾਡੇ ਮਨ ਦਾ ਰੂਪੀ ਭਾਂਡਾ ਨਿਰਮਲ ਹੋ ਜਾਂਦਾ ਹੈ, ਤੇ ਇਸ ਦੇ ਵਿੱਚ ਫਿਰ ਨਾਮ ਸਮਾਉਂਦਾ ਹੈ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਪ੍ਰਭੂ ਸਾਧੂ ਜਨਾਂ ਦੀ ਰਸਨਾ ਤੇ ਵਸਦਾ ਹੈ, ਸਾਧੂ ਜਨਾਂ ਦੀ ਰਸਨਾ ਤੋਂ ਬੋਲਦਾ ਹੈ। ਨਾਨਕ ਜਨ ਕਾ ਦਾਸਨ ਦਸਨਾ, ਵੀ ਜਿਹੜੇ ਵੀ ਉਸਦੇ ਫਿਰ ਉਸ ਪ੍ਰਭੂ ਦੇ ਦਾਸ ਨੇ ਜਨ, ਉਹ ਸਾਨੂੰ ਭੇਜ ਦਿੰਦੇ ਨੇ ਕਿ ਕਿਵੇਂ ਅਸੀਂ ਪ੍ਰਭੂ ਦੇ ਨਾਲ ਪ੍ਰੇਮ ਪਾਉਣਾ ਹੈ, ਕਿਵੇਂ ਪ੍ਰਭੂ ਦਾ ਸਿਮਰਨ ਕਰਨਾ ਹੈ, ਕਿਵੇਂ ਆਪਣੇ ਮਨ ਨੂੰ ਨਿਰਮਲ ਕਰਨਾ ਹੈ। ਆਪ ਪ੍ਰਭੂ ਆਪਣੇ ਜਨਾਂ ਦੇ, ਸਾਧੂ ਜਨਾਂ ਦੀ ਰਸਨਾ ਤੋਂ ਬੈਠ ਕੇ ਆਪ ਸਮਝਾਉਂਦਾ ਹੈ। ਪਰ ਉਹ ਜੀਵ ਜਿਹੜਾ ਆਪਣੇ ਆਪ ਨੂੰ ਕੁਛ ਜਨਾਉਂਦਾ ਨਹੀਂ ਹੈ, ਜਿਹੜਾ ਆਪਣੇ ਆਪ ਨੂੰ ਦਾਸ ਸਮਝਦਾ ਹੈ, ਜੋ ਆਪਣੇ ਆਪ ਨੂੰ ਕੁਛ ਸਮਝਦਾ ਨਹੀਂ, ਕਿਉਂਕਿ ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਖੁਦ ਹੀ ਰੱਬ ਬਣ ਜਾਂਦੇ ਨੇ। ਇਸ ਕਰਕੇ ਮੇਰਾ ਸਮਝਾਉਂਦੇ ਨੇ ਵੀ ਅਸੀਂ ਤਾਂ ਉਸਦਾ ਆਪਣੇ ਆਪ ਨੂੰ ਦਾਸ ਹੀ ਦੱਸਣਾ ਹੈ, ਦਾਸ ਹੀ ਕਹਾਉਣਾ ਹੈ। ਐਸੇ ਜਨਾਂ ਦੀ ਰਸਨਾ ਤੇ ਫਿਰ ਪ੍ਰਭੂ ਬਸਦਾ ਹੈ। ਇਹ ਤੱਕ ਆਪਾਂ ਵਿਚਾਰ ਕੀਤੀ ਸੀ। ਆਓ ਅੱਗੇ ਸਿਮਰਦੇ ਵਿਚਾਰਦੇ ਹਾਂ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਧਨਵੰਤੇ ਨੇ। ਕਿਹੜਾ ਧਨ ਹੈ ਉਹਨਾਂ ਦੇ ਕੋਲ? ਗੁਰਬਾਣੀ ਅਨੁਸਾਰ ਧਨਵੰਤਾ ਕੌਣ ਹੈ? ਜਿਸ ਦੇ ਕੋਲ ਨਾਮ ਰੂਪੀ ਧਨ ਹੈ। ਨਾਮ ਤੋਂ ਬਿਨਾਂ ਹੋਰ ਸੰਸਾਰੀ ਕਿੰਨਾ ਧਨ ਹੋਵੇ, ਗੁਰਬਾਣੀ ਉਹਨਾਂ ਨੂੰ ਧਨਵੰਤੇ ਨਹੀਂ ਕਹਿੰਦੀ। ਮੇਰਾ ਸਮਝਾਉਂਦੇ ਨੇ ਬਿਨ ਨਾਵੈ ਸਭ ਕੋ ਹੈ ਨਿਰਤਨ। ਨਾਮ ਤੋਂ ਬਿਨਾਂ ਸਾਰੇ ਨਿਰਤਨ ਨੇ। ਜਿਨ੍ਹਾਂ ਕੋਲ ਨਾਮ ਹੈ, ਨਿਰਤਨ ਕੋ ਤਨ ਤੇਰੋ ਨਾਮ। ਧਨਵੰਤਾ ਹੈ ਜਿਹੜੇ ਫਿਰ ਜਿਨ੍ਹਾਂ ਦੇ ਕੋਲ ਇੱਕ ਖਜ਼ਾਨਾ ਮਾਲਕ ਨੇ ਬਖਸ਼ਿਸ਼ ਕੀਤਾ ਹੈ ਨਾਮ ਦਾ, ਉਹਨਾਂ ਨੂੰ ਗੁਰਬਾਣੀ ਧਨਵੰਤੇ ਕਹਿੰਦੀ ਹੈ।
ਪ੍ਰਭੂ ਕੋ ਸਿਮਰਹਿ ਸੇ ਪਤਵੰਤੇ। ਪਤ ਵਾਲੇ, ਮਾਣ ਵਾਲੇ, ਇੱਜ਼ਤ ਵਾਲੇ, ਜਿਹੜੇ ਪ੍ਰਭੂ ਦੇ ਦਰ ਤੇ ਜਿਨ੍ਹਾਂ ਨੂੰ ਮਾਣ ਮਿਲਦਾ ਹੈ, ਪ੍ਰਭੂ ਦੇ ਘਰ ਦੇ ਵਿੱਚ ਜਿਨ੍ਹਾਂ ਨੂੰ ਪਤ ਮਿਲਦੀ ਹੈ, ਉਹ ਕਿਹੜੇ ਨੇ? ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ। ਪ੍ਰਭੂ ਕੋ ਸਿਮਰੈ ਸੇ ਧਨਵੰਤੇ। ਪ੍ਰਭੂ ਦੇ ਸਿਮਰਨ ਉਹ ਧਨਵੰਤੇ ਨੇ ਜਿਹੜੇ ਪ੍ਰਭੂ ਨੂੰ ਸਿਮਰਦੇ ਨੇ। ਪਰ ਸਿਮਰਦੇ ਕਦੋਂ ਨੇ, ਉਹ ਵੀ ਆਪਾਂ ਵਿਚਾਰਾਂਗੇ। ਪ੍ਰਭੂ ਕੋ ਸਿਮਰੈ ਸੇ ਪਤਵੰਤੇ। ਉਹ ਪਤ ਵਾਲੇ ਨੇ, ਮਾਣ ਵਾਲੇ ਨੇ, ਇੱਜ਼ਤ ਵਾਲੇ ਨੇ। ਪ੍ਰਭੂ ਕੋ ਸਿਮਰੈ ਹੈ ਸੇ ਜਨ ਪ੍ਰਵਾਨ। ਪ੍ਰਭੂ ਨੂੰ ਸਿਮਰੈ ਉਹ ਜਨ ਪ੍ਰਵਾਨ ਹੈ। ਕਿਸ ਦੇ ਕੋਲ? ਪ੍ਰਭੂ ਦੇ ਕੋਲ। ਪ੍ਰਭੂ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭੂ ਦੇ ਸਿਮਰਨ ਦੇ ਨਾਲ ਉਹ ਪੁਰਖ ਵੀ ਪ੍ਰਧਾਨ ਹੈ। ਕਿੱਥੇ? ਦਰਗਾਹ ਦੇ ਵਿੱਚ, ਸੰਸਾਰ ਦੇ ਵਿੱਚ ਨਹੀਂ, ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਪ੍ਰਭੂ ਦੀ ਦਰਗਾਹ ਦੇ ਵਿੱਚ। ਪ੍ਰਭੂ ਕੋ ਸਿਮਰੈ ਸੇ ਬੇਮੋਹਤਾਜੇ। ਤੇ ਪ੍ਰਭੂ ਨੂੰ ਸਿਮਰਨ ਵਾਲੇ ਬੇਮੋਹਤਾਜੇ ਨੇ। ਸੰਸਾਰ ਦੀ ਮੁਹਤਾਜੀ ਨਹੀਂ ਹੈ। ਕਿਸ ਦੀ ਮੁਹਤਾਜੀ ਹੈ? ਉਸ ਪ੍ਰਭੂ ਦੀ। ਇਸ ਕਰਕੇ ਸੰਸਾਰ ਦੇ ਮੁਹਤਾਜ ਨਹੀਂ ਹੁੰਦੇ। ਪ੍ਰਭੂ ਨੂੰ ਸਿਮਰਨ ਵਾਲੇ ਪ੍ਰਭੂ ਦੇ ਮੁਹਤਾਜ ਹੁੰਦੇ ਨੇ। ਪ੍ਰਭੂ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭੂ ਨੂੰ ਸਿਮਰਨ ਵਾਲੇ ਸਰਬ ਦੇ ਰਾਜੇ ਨੇ, ਕਿਉਂਕਿ ਉਸ ਪ੍ਰਭੂ ਦਾ ਸਿਮਰਨ ਕਰਦੇ ਨੇ ਜਿਹੜਾ ਸਾਰੇ ਰਾਜਿਆਂ ਦਾ ਰਾਜਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਗਰੀਬ ਸਮਝ ਕੇ ਉਸ ਪ੍ਰਭੂ ਦੇ ਸਿਮਰਨ ਕਰਦੇ ਹਾਂ ਤੇ ਉਹ ਸਾਨੂੰ ਫਿਰ ਨਿਵਾਜਦਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਆਪ ਆਪਣੇ ਗਰੀਬਾਂ ਨੂੰ ਫਿਰ ਨਿਵਾਜਦਾ ਹੈ। ਕੀ ਕਰਦਾ ਹੈ? ਗਰੀਬਾਂ ਨੂੰ ਪਾਤਸ਼ਾਹੀ ਦਿੰਦਾ ਹੈ, ਰਾਜੇ ਬਣਾ ਦਿੰਦਾ ਹੈ, ਆਪਣਾ ਰੂਪ ਬਣਾ ਲੈਂਦਾ ਹੈ। ਪ੍ਰਭੂ ਕੋ ਸਿਮਰੈ ਸੇ ਸੁਖਵਾਸੀ। ਪ੍ਰਭੂ ਨੂੰ ਸਿਮਰਨ ਦੇ ਨਾਲ ਸੁਖ ਦੇ ਵਿੱਚ ਵਾਸ ਹੁੰਦਾ ਹੈ, ਸੁਖੀ ਹੋ ਜਾਂਦਾ ਹੈ ਜੀ, ਖੁਸ਼ੀ ਮਾਣਦਾ ਹੈ। ਬੇਸ਼ੱਕ ਤਨ ਕਰਕੇ ਕੋਈ ਦੁੱਖ ਵੀ ਹੋਵੇ, ਲੇਕਿਨ ਮਨ ਸੁਖੀ ਰਹਿੰਦਾ ਹੈ। ਦੁੱਖ ਆਵੇ, ਸੁਖ ਆਵੇ, ਖੁਸ਼ੀ ਆਵੇ, ਗਮੀ ਆਵੇ, ਮਾਣ ਮਿਲੇ, ਅਪਮਾਨ ਮਿਲੇ, ਘਾਟਾ ਹੋਵੇ, ਲਾਭ ਹੋਵੇ, ਇੱਕ ਅਵਸਥਾ ਹੈ ਜਿੱਥੇ, ਜਿਵੇਂ ਬਸੰਤ ਰੁੱਤ ਹੈ, ਉਵੇਂ ਇੱਕ ਅਵਸਥਾ ਦੇ ਵਿੱਚ ਜੀਵ ਵਸਦਾ ਹੈ। ਪ੍ਰਭੂ ਕੋ ਸਿਮਰਹਿ ਸਦਾ ਬਿਨਾਸੀ। ਪ੍ਰਭੂ ਨੂੰ ਸਿਮਰਨ ਦੇ ਨਾਲ ਅਬਿਨਾਸੀ ਬਣ ਜਾਂਦਾ ਹੈ ਮਨ। ਪਹਿਲਾਂ ਵੀ ਮਨ ਜਿਹੜਾ ਹੈ, ਕਿਉਂਕਿ ਮਨ ਦਾ ਨਾਸ ਨਹੀਂ ਹੁੰਦਾ, ਪਹਿਲਾ ਮਨ ਹੈ ਜਿਹੜਾ ਬਾਰ-ਬਾਰ ਨਾਸਵਾਨ ਚੀਜ਼ਾਂ ਨਾਲ ਜੁੜਨ ਕਰਕੇ ਬਾਰ-ਬਾਰ ਜੂਨਾਂ 'ਚ ਜਾਂਦਾ ਹੈ। ਇੱਕ ਜੂਨੀ ਪਾਉਂਦਾ ਹੈ, ਉਹ ਜੂਨੀ ਨਾਸ ਹੋ ਜਾਂਦੀ, ਫਿਰ ਨਵੀਂ ਜੂਨੀ ਮਿਲਦੀ ਹੈ। ਲੇਕਿਨ ਇੱਥੇ ਆ ਕੇ ਫਿਰ ਜੂਨਾਂ ਤੋਂ ਰਹਿਤ ਹੋ ਜਾਂਦਾ ਹੈ, ਸਦਾ ਵਿਨਾਸੀ ਹੀ ਰਹਿੰਦਾ ਹੈ, ਕਿਉਂਕਿ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ। ਸਿਮਰਨ ਤੇ ਲਾਗੇ ਜਿਨਾਬ ਤੇ। ਪਰ ਸਿਮਰਨ ਜਿਨ੍ਹਾਂ ਨੂੰ ਆਪ ਲਾ ਦਿੰਦਾ ਪ੍ਰਭੂ, ਦਇਆ ਕਰਦਾ ਹੈ, ਕਿਰਪਾ ਕਰਦਾ, ਉਹ ਪ੍ਰਭੂ ਦੇ ਸਿਮਰਨ ਦੇ ਵਿੱਚ ਲੱਗਦੇ ਨੇ। ਨਾਨਕ ਜਨ ਕੀ ਮੰਗੈ ਅਰਵਾਲਾ। ਐਸੇ ਜਨਾਂ ਦੀ ਤੂੜੀ ਮਰ ਸਮਝਾਉਂਦੇ ਕਿ ਮੰਗੀਏ, ਜਿਨ੍ਹਾਂ ਨੂੰ ਆਪ ਪ੍ਰਭੂ ਕਿਰਪਾ ਕਰਕੇ, ਦਇਆ ਕਰਕੇ ਆਪਣੇ ਸਿਮਰਨ ਦੇ ਵਿੱਚ ਲਾਉਂਦਾ ਹੈ। ਆਪ ਜੀ ਦੀ ਰਸਨਾ ਤੇ ਬੈਠ ਕੇ ਬੋਲਦਾ ਹੈ, ਜਿਸ ਨੂੰ ਆਪ ਭਜਨਾ ਦਿੰਦਾ ਹੈ। ਇਸ ਕਰਕੇ ਜਿਸ ਨੂੰ ਬੇਮੁਹਤਾਜ ਬਣਾ ਦਿੰਦਾ ਹੈ, ਜਿਸ ਨੂੰ ਸੁਖ ਬਖਸ਼ ਦਿੰਦਾ ਹੈ, ਜਿਸ ਨੂੰ ਉਹ ਤਨ ਦਿੰਦਾ ਹੈ ਜਿਹੜਾ ਅਖੁੱਟ ਤਨ ਹੈ, ਜਿਸ ਨੂੰ ਉਸ ਪ੍ਰਭੂ ਦੀ ਦਰਗਾਹ ਦੇ ਵਿੱਚ, ਜਿਸ ਨੂੰ ਆਪਣੀ ਦਰਗਾਹ ਦੇ ਵਿੱਚ ਮਾਣ ਦਿੰਦਾ ਹੈ। ਪ੍ਰਭੂ ਕੋ ਸਿਮਰੈ ਸੇ ਪਰਉਪਕਾਰੀ। ਪ੍ਰਭੂ ਨੂੰ ਸਿਮਰਨ ਵਾਲੇ ਜੀਵ ਨੇ ਜਿਹੜੇ ਪਰ ਉਪਕਾਰ ਕਰਦੇ ਨੇ। ਗੁਰਬਾਣੀ ਅਨੁਸਾਰ ਕੀ ਪਰਉਪਕਾਰ ਹੈ? ਕਿਉਂਕਿ ਸੰਸਾਰ ਦੇ ਵਿੱਚ ਵੀ ਬਹੁਤ ਸਾਰੇ ਪਰਉਪਕਾਰ ਨੇ ਜਿਹੜਾ ਜੀਵ ਕਰਦਾ ਹੈ, ਪਰ ਗੁਰਬਾਣੀ ਅਨੁਸਾਰ ਹੈ ਹਰੀ ਦੇ ਨਾਲ ਆਪ ਮਿਲਣਾ ਤੇ ਦੂਜਿਆਂ ਨੂੰ ਮਿਲਾਉਣਾ। ਇਹ ਪਰਉਪਕਾਰੀ ਜਨ ਆਉਂਦੇ ਨੇ ਸੰਸਾਰ ਦੇ ਵਿੱਚ, ਆਪ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ,
ਉੱਥੇ ਦੂਜਿਆਂ ਨੂੰ ਵੀ ਹਰੀ ਦੇ ਨਾਲ ਮਿਲਾਉਂਦੇ ਨੇ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜਨ ਪਰਉਪਕਾਰੀ ਆਏ, ਜਨਮ ਮਰਨ ਦੂਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸ਼ੋ ਲੈਣ ਮਿਲਾਏ। ਵੀ ਜੀ ਮਨ ਨੂੰ ਗਿਆਨ ਦਿੰਦੇ ਨੇ, ਕਿਹਦਾ? ਸ਼ਬਦ ਦਾ ਗਿਆਨ, ਗੁਰ ਦਾ, ਜਿਹਦੇ ਦੁਆਰਾ ਮਨ ਹਰੀ ਦੇ ਨਾਲ ਮਿਲਾਪ ਕਰਦਾ ਹੈ। ਪਹਿਲਾਂ ਆਪ ਜਨਮ ਮਰਨ ਤੋਂ ਰਹਿਤ ਹੁੰਦੇ ਨੇ, ਕਿਉਂਕਿ ਉਹੀ ਫਿਰ ਪਰਉਪਕਾਰ ਕਰਦਾ ਹੈ ਪ੍ਰਭੂ, ਜਿਸ ਨੂੰ ਆਪ ਲਾਉਂਦਾ ਹੈ। ਪਹਿਲਾਂ ਉਹਨਾਂ ਨੂੰ ਮੁਕਤ ਕਰਦਾ ਹੈ, ਫਿਰ ਉਹਨਾਂ ਦੁਆਰਾ ਦੂਜੇ ਜੀਵਾਂ ਨੂੰ ਮੁਕਤ ਕਰਦਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਜਨਮ ਮਰਨ ਤੋਂ ਰਹਿਤ, ਜਨਮ ਮਰਨ ਦੂਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ। ਭਗਤੀ ਚ ਲਾਉਂਦੇ ਨੇ ਮਨ ਨੂੰ ਗੁਰ ਦੇ ਗਿਆਨ ਦੁਆਰਾ, ਮਨ ਨੂੰ ਨਾਮ ਦਾ ਦਾਨ ਦੇ ਕੇ, ਹਰਸ਼ੋ ਲੈਣ ਮਿਲਾਏ। ਇਹ ਪਰਉਪਕਾਰ ਹੈ ਜਿਹੜਾ ਗੁਰਬਾਣੀ ਅਨੁਸਾਰ ਹੈ। ਤੇ ਮਹਾਰਾਜ ਸਮਝਾਉਂਦੇ ਨੇ ਜਿਹੜੇ ਪ੍ਰਭੂ ਦਾ ਆਪ ਸਿਮਰਦੇ ਨੇ, ਉਹ ਦੂਜਿਆਂ ਨੂੰ ਵੀ ਇਸ ਪਰਉਪਕਾਰ ਕਰਦੇ ਨੇ ਕਿ ਉਹਨਾਂ ਨੂੰ ਵੀ ਗਿਆਨ ਦਿੰਦੇ ਨੇ। ਪ੍ਰਭੂ ਕੋ ਸਿਮਰੈ ਤਿਨ ਸਦ ਬਲਿਹਾਰੀ। ਤੇ ਮਹਾਰਾਜ ਸਮਝਾਉਂਦੇ ਨੇ ਜਿਹੜੇ ਪ੍ਰਭੂ ਨੂੰ ਸਿਮਰਦੇ ਨੇ, ਉਹਨਾਂ ਤੋਂ ਸਦੇ ਬਲਿਹਾਰੇ ਜਾਈਏ, ਕਿਉਂਕਿ ਉਹ ਪ੍ਰਭੂ ਤੋਂ ਸਦ ਬਲਿਹਾਰੇ ਜਾਂਦੇ ਨੇ, ਸਦਾ ਹੀ ਬਲਿਹਾਰ ਜਾਂਦੇ ਨੇ, ਕਿਉਂਕਿ ਜਿੱਧਰ ਦੇਖਦੇ ਉਧਰ ਹੀ ਪ੍ਰਭੂ ਹੈ। ਪ੍ਰਭੂ ਕੋ ਸਿਮਰੈ ਸੇ ਮੁਖ ਸੁਹਾਵੇ। ਉਹ ਮੁਖ ਸੋਹੰਦੇ ਨੇ ਉਸ ਪ੍ਰਭੂ ਦੇ ਦਰਬਾਰ ਦੇ ਵਿੱਚ, ਜਿਹੜੇ ਪ੍ਰਭੂ ਨੂੰ ਸਿਮਰਦੇ ਨੇ। ਪ੍ਰਭੂ ਕੋ ਸਿਮਰੈ ਤਿਨ ਸੁਖ ਵਿਹਾਵੈ। ਪ੍ਰਭੂ ਨੂੰ ਸਿਮਰਦੇ ਨੇ, ਸੁਖੀ ਉਹਨਾਂ ਦਾ ਜੀਵਨ ਸੁਖੀ ਬਤੀਤ ਹੁੰਦਾ ਹੈ। ਲੋਕ ਵੀ ਸੁਖੀ ਹੈ ਤੇ ਪਰਲੋਕ ਵੀ ਸੁਖੀ ਹੈ। ਪ੍ਰਭੂ ਕੋ ਸਿਮਰੈ ਤਿਨ ਆਤਮ ਜੀਤਾ। ਪ੍ਰਭੂ ਨੂੰ ਸਿਮਰਦੇ ਨੇ, ਕੌਣ ਸਿਮਰਦੇ ਨੇ? ਜਿਨ੍ਹਾਂ ਮਨ ਨੂੰ ਜਿੱਤਿਆ, ਮਨ ਜਾ ਕੇ ਆਤਮਾ ਸਮਾ ਗਿਆ ਤੇ ਆਤਮ ਦਾ ਰਸ ਨੂੰ ਮਾਣ ਲਿਆ, ਆਤਮ ਨੂੰ ਜਿੱਤ ਲਿਆ ਤੇ ਆਤਮ ਨੂੰ ਪਰਮਾਤਮ ਰੂਪ ਹੋ ਜਾਂਦਾ ਹੈ। ਜੇ ਆਪਾਂ ਇਹ ਕਹਿ ਲਈਏ ਕਿ ਪ੍ਰਭੂ ਨੂੰ ਸਿਮਰਨ ਵਾਲੇ ਜੀਵ ਨੇ ਜਿਹੜੇ, ਮਨ ਆਪਾ ਖਤਮ ਹੋ ਜਾਂਦਾ ਹੈ, ਉੱਥੇ ਫਿਰ ਆਤਮ ਜੀਵਨ ਬਣ ਜਾਂਦਾ, ਆਤਮਿਕ ਜੀਵਨ, ਆਤਮ ਜੀਤਾ। ਜਿਹੜਾ ਜੀਵਨ ਸਾਡਾ, ਜਿਸਨੂੰ ਆਪਾਂ ਕਹਿ ਦਿੰਦੇ ਆਨੰਦਮਈ ਆਤਮਿਕ ਜੀਵਨ, ਕਿਉਂਕਿ ਮਨ ਆਪਾ ਖਤਮ ਕਰਕੇ ਆਤਮ ਰੂਪ ਹੋ ਜਾਂਦਾ ਹੈ, ਆਤਮ ਰਸ ਜਿਹਨੂੰ ਕਹਿੰਦੇ ਨੇ। ਜਿੱਥੇ ਜਾ ਕੇ ਮਹਾਰਾਜ ਸਮਝਾਉਂਦੇ ਨੇ, ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਨ, ਨਾਨਕ ਤਨ 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 ਜਨ ਆਏ ਤੇ ਪ੍ਰਵਾਨ। ਪ੍ਰਭੂ ਕੋ ਸਿਮਰ ਹੈ ਤੇ ਨਿਰਮਲ ਰੀਤਾ। ਜਿਹੜੇ ਪ੍ਰਭੂ ਨੂੰ ਸਿਮਰਦੇ ਨੇ, ਉਹਨਾਂ ਦੀ ਰੀਤ ਵੀ ਨਿਰਮਲ ਹੈ। ਉਹ ਤ੍ਰੈ ਗੁਣਾਂ ਦੇ ਵਿੱਚ ਨਾ ਭਗਤੀ ਕਰਦੇ ਨੇ ਤੇ ਨਾ ਦੂਜੇ ਜੀਵਾਂ ਨੂੰ ਭਗਤੀ ਚ ਲਾਉਂਦੇ ਨੇ, ਕਿਉਂਕਿ ਉਹ ਨਿਰਮਲ ਰੀਤ ਜਿਹੜੀ ਹੈ, ਨਿਰਾਲੀ ਭਗਤੀ ਜਿਹੜੀ ਹੈ, ਧਿਆਨ ਦਾ ਭਗਤੀ ਹੈ। ਚੌਥਾ ਪਦ ਵਿੱਚ ਧਿਆਨ ਹੈ, ਜਿੱਥੇ ਅੱਖਰ ਨਹੀਂ, ਜਿੱਥੇ ਪ੍ਰਕਾਸ਼ ਹੈ, ਬਿਸਮਾਦ ਹੈ। ਇਸ ਕਰਕੇ ਉਹ ਆਪ ਵੀ ਉਵੇਂ ਧਿਆਉਂਦੇ, ਦੂਜੇ ਜੀਵਾਂ ਨੂੰ ਵੀ ਉਸੇ ਭਗਤੀ ਚ ਲਾਉਂਦੇ ਨੇ ਜਿੱਥੇ ਨਿਰਮਲ ਹੈ, ਜਿੱਥੇ ਕਹਿਣ ਨੂੰ ਕੁਛ ਨਹੀਂ, ਸਿਰਫ ਦ੍ਰਿਸ਼ਟੀ ਦਾ ਹੀ ਮਾਰਗ ਹੈ, ਧਿਆਨ ਹੀ ਮਾਰਗ ਹੈ। ਪ੍ਰਭੂ ਕੋ ਸਿਮਰ ਹੈ ਤਿਨ ਅਨੰਦ ਕਨੇਰੇ। ਪ੍ਰਭੂ ਨੂੰ ਸਿਮਰਦੇ ਨੇ ਆਨੰਦ ਦੇ ਵਿੱਚ, ਕਿੰਨਾ ਕਨੇਰਾ। ਆਪ ਹੀ ਨਹੀਂ ਮਾਣਦੇ, ਹੋਰ ਜੀਵ ਵੀ ਉਸ ਆਨੰਦ ਨੂੰ ਮਾਣਦੇ ਨੇ। ਜਿਹੜੇ ਗਿਆਨ ਲੈਂਦੇ ਨੇ ਉਹ ਵੀ ਉਸ ਆਨੰਦ ਨੂੰ ਮਾਣਦੇ। ਇਸ ਕਰਕੇ ਕਨੇਰੇ ਜੀਵ ਆਪਾਂ ਕਹਿ ਸਕਦੇ ਕਿ ਆਨੰਦ ਮਾਣ ਸਕਦੇ ਨੇ, ਪਰ ਕਿਹਨਾਂ ਦਾ ਸੰਗ ਕਰਕੇ? ਜਿਹੜੇ ਪ੍ਰਭੂ ਨੂੰ ਸਿਮਰਦੇ ਨੇ, ਉਹ ਆਪ ਵੀ ਆਨੰਦ ਮਾਣਦੇ ਨੇ, ਹੋਰਾਂ ਜੀਵਾਂ ਨੂੰ ਵੀ ਇਹ ਗਿਆਨ ਦਿੰਦੇ ਨੇ, ਜਿੱਥੇ ਜੀਵ, ਹੋਰ ਜੀਵ ਵੀ ਆਨੰਦ ਮਾਣਦੇ ਨੇ। ਪ੍ਰਭੂ ਕੋ ਸਿਮਰ ਬਸੈ ਹਰ ਨੇੜੇ। ਪ੍ਰਭੂ ਨੂੰ ਸਿਮਰਦੇ ਨੇ, ਨੇੜੇ ਪ੍ਰਭੂ ਵਸਦਾ ਹੈ ਉਹਨਾਂ ਦੇ, ਕਿਉਂਕਿ ਸਿਮਰਨ ਹੀ ਤਾਂ ਹੈ।
ਜਦੋਂ ਪ੍ਰਭੂ ਨੇੜੇ ਪ੍ਰਗਟ ਹੋ ਜਾਂਦਾ ਹੈ। ਅੱਠੇ ਪਹਿਰ ਸਾਹਮਣੇ ਵਸਦਾ ਹੈ, ਫਿਰ ਉਸ ਨੂੰ ਨੇੜੇ ਦੇਖ ਦੇਖ ਕੇ ਹੀ ਭਗਤੀ ਹੈ, ਕਿਉਂਕਿ ਨੇੜੇ ਦੇਖਣਾ ਹੀ ਭੁੱਲ ਗਿਆ ਸੰਸਾਰ। ਜਿਨ੍ਹਾਂ ਨੇ ਨੇੜੇ ਦੇਖਣਾ ਸਿੱਖ ਲਿਆ ਤੇ ਉਹ ਪ੍ਰਭੂ ਦਾ ਸਿਮਰਨ ਕਰਦੇ ਨੇ, ਉਹਨਾਂ ਦੇ ਪ੍ਰਭੂ ਨੇੜੇ ਵਸਦਾ ਹੈ। ਕਿੰਨਾ ਨੇੜੇ? ਕਹਿ ਰਵਿਦਾਸ, ਹੱਥ ਪੈ ਨੇੜੇ। ਪਰ ਕਦੋਂ? ਸਹਿਜੇ ਹੋਏ ਸੋ ਹੋਈ। ਸਹਿਜ ਦੇ ਵਿੱਚ ਜਾ ਕੇ, ਚੌਥੇ ਪਦ ਵਿੱਚ, ਜਿੱਥੇ ਧਿਆਨ ਹੀ ਰਹਿ ਜਾਂਦਾ ਹੈ, ਜਿੱਥੇ ਕਹਿਣ ਕਹਾਉਣ ਨੂੰ ਕੁਛ ਨਹੀਂ ਹੈ। ਸੰਤ ਕਿਰਪਾ ਤੇ ਅੰਦਨ ਜਾਗ। ਫਿਰ ਸਾਧਨਾ ਸਾਧੂ ਜਨਾਂ ਤੋਂ ਗਿਆਨ ਲੈ ਕੇ ਜੀਵ ਅੰਦਨ ਜਾਗਦਾ ਹੈ। ਜਿਹੜੇ ਗਿਆਨ ਲੈਂਦੇ ਨੇ, ਗੁਰ ਦਾ ਨੇਤਰਾਂ ਦੇ ਵਿੱਚ ਪਾ ਲੈਂਦੇ ਨੇ, ਫਿਰ ਅੰਦਨ ਜਾਗਦੇ ਨੇ। ਪਰ ਉਹ ਜਾਗਦੇ ਨੇ ਜਿਹੜੇ ਪੂਰੇ ਭਾਗਾਂ ਵਾਲੇ। ਨਾਨਕ ਸਿਮਰਨ ਪੂਰਾ ਭਾਗ। ਜਿਹੜੇ ਅੰਦਨ ਜਾਗਦੇ ਨੇ ਉਹੀ ਫਿਰ ਦੂਜੇ ਜੀਵਾਂ ਨੂੰ ਗਿਆਨ ਦਿੰਦੇ ਨੇ ਵੀ ਇੱਦਾਂ ਮਨ ਸੌਂਦਾ ਹੈ, ਇਹ ਮਨ ਦਾ ਸੌਣਾ ਹੈ, ਇਹ ਸਰੀਰ ਦਾ ਸੌਣਾ ਹੈ। ਕਿਉਂਕਿ ਨਹੀਂ ਤਾਂ ਲੋਕ ਸਰੀਰ ਦੇ ਸੌਣ ਨੂੰ ਹੀ ਸੌਣਾ ਸਮਝਦੇ ਨੇ। ਲੇਕਿਨ ਗੁਰਬਾਣੀ ਸਮਝਾਉਂਦੀ ਹੈ ਕਿ ਜਦੋਂ ਸਰੀਰ ਜਾਗ ਪੈਂਦਾ ਉਦੋਂ ਮਨ ਸੌਂ ਜਾਂਦਾ ਹੈ, ਜਦੋਂ ਸਰੀਰ ਸੌਂਦਾ ਉਦੋਂ ਮਨ ਜਾਗਦਾ ਹੈ। ਕਿਉਂਕਿ ਉਦੋਂ ਮਨ ਮੇਰੇ ਤੇਰੇ ਚੋਂ ਨਿਕਲ ਜਾਂਦਾ ਹੈ, ਚਿੰਤਾਵਾਂ ਚੋਂ ਨਿਕਲ ਜਾਂਦਾ ਹੈ, ਸਭ ਕੁਛ ਤਿਆਗ ਜਾਂਦਾ ਹੈ, ਭੁੱਲ ਜਾਂਦਾ ਹੈ। ਲੇਕਿਨ ਫਿਰ ਜਦੋਂ ਇਹ ਗਿਆਨ ਹੋ ਜਾਂਦਾ ਹੈ, ਫਿਰ ਜਦੋਂ ਸਰੀਰ ਸੌਂਦਾ ਹੈ ਉਦੋਂ ਵੀ ਮਨ ਜਾਗਦਾ ਹੈ, ਤੇ ਜਦੋਂ ਸਰੀਰ ਜਾਗਦਾ ਹੈ ਉਦੋਂ ਵੀ ਮਨ ਜਾਗਦਾ ਹੈ। ਉਦੋਂ ਹਰ ਸਮੇਂ ਉਸ ਪ੍ਰਭੂ ਨੂੰ ਨੇੜੇ ਦੇਖਦਾ ਹੈ। ਜਦ ਕਿ ਆਮ ਲੋਕ ਜਦੋਂ ਸੁੱਤੇ ਨੇ ਉਹ ਉੱਥੇ ਵਸਦੇ ਨੇ ਪ੍ਰਭੂ ਦੇ ਸੰਗ, ਲੇਕਿਨ ਜਦੋਂ ਜਾਗਦੇ ਨੇ ਉਦੋਂ ਪ੍ਰਭੂ ਤੋਂ ਵਿਛੜਦੇ ਨੇ। ਉਦੋਂ ਮਨ ਤ੍ਰੈ ਗੁਣਾਂ 'ਚ ਸੌਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਜਿਹੜੇ ਸੰਤ ਜਨਾਂ ਤੋਂ ਗੁਰ ਦਾ ਗਿਆਨ ਲੈ ਲੈਂਦੇ ਨੇ ਉਹ ਫਿਰ ਅੰਦਨ ਜਾਗਦੇ ਨੇ, ਉਹ ਪੂਰੇ ਭਾਗਾਂ ਵਾਲੇ ਜੀਵ ਨੇ, ਉਹੀ ਪ੍ਰਭੂ ਦਾ ਸਿਮਰਨ ਕਰਦੇ ਨੇ। ਨਾਨਕ ਸਿਮਰਨ ਪੂਰੇ ਭਾਗ। ਪ੍ਰਭੂ ਕੈ ਸਿਮਰਨ ਕਾਰਜ ਪੂਰੇ। ਪ੍ਰਭੂ ਦੇ ਸਿਮਰਨ ਦੇ ਨਾਲ ਕਾਰਜ ਪੂਰੇ ਹੁੰਦੇ ਨੇ। ਕਿਹੜੇ? ਮਨ ਦੇ। ਕਿਉਂਕਿ ਤਨ ਦੇ ਕਾਰਜ ਕਦੇ ਕਿਸੇ ਦੇ ਪੂਰੇ ਨਹੀਂ ਹੋਏ, ਨਾ ਪੂਰੇ ਹੋ ਸਕਦੇ ਨੇ, ਕਿਉਂਕਿ ਰੋਜ਼ ਨਵਾਂ ਕਾਰਜ ਹੈ ਤਨ ਦਾ। ਲੇਕਿਨ ਮਨ ਦਾ ਕਾਰਜ ਹੀ ਕੀ ਹੈ? ਪ੍ਰਭੂ ਨੂੰ ਮਿਲਣਾ, ਪ੍ਰਭੂ ਦੀ ਭਗਤੀ ਕਰਨੀ, ਪ੍ਰਭੂ ਨੂੰ ਪਿਆਰ ਕਰਨਾ, ਤੇ ਪ੍ਰਭੂ ਪ੍ਰਗਟ ਹੋ ਜਾਂਦਾ। ਇਸ ਕਰਕੇ ਮਨ ਦਾ ਕਾਰਜ ਪੂਰਾ ਹੋ ਜਾਂਦਾ ਹੈ। ਜਿਸ ਕਾਰਜ ਵਾਸਤੇ ਆਇਆ ਹੈ ਉਹ ਕਾਰਜ ਪੂਰਾ ਹੋ ਜਾਂਦਾ ਹੈ ਮਨ ਦਾ। ਪ੍ਰਭੂ ਕੈ ਸਿਮਰਨ ਕਭੂ ਨਾ ਚੂਰੇ। ਫਿਰ ਝੂਰਦਾ ਨਹੀਂ, ਕਿਉਂਕਿ ਝੂਰਦਾ ਜੀਵ ਕਦੋਂ ਹੈ? ਜਿਵੇਂ ਆਪਾਂ ਕਿਸੇ ਕਾਰਜ ਨੂੰ ਜਾਣਦੇ ਹਾਂ, ਕਾਰਜ ਨਹੀਂ ਹੁੰਦਾ ਤੇ ਅਸੀਂ ਝੂਰਦੇ ਹਾਂ ਕਿ ਅੱਜ ਕਾਰਜ ਨਹੀਂ ਹੋਇਆ, ਅਸੀਂ ਕਾਰਜ ਕਰਨਾ ਸੀ। ਤੇ ਜਿਨ੍ਹਾਂ ਦਾ ਕਾਰਜ ਪੂਰਾ ਹੋ ਜਾਂਦਾ ਉਹ ਖੁਸ਼ ਹੁੰਦੇ ਨੇ। ਇੱਦਾਂ ਹੀ ਜਿਹੜਾ ਮਨ ਆ ਕੇ ਆਪਣੇ ਕਾਰਜ ਨੂੰ ਪੂਰਾ ਕਰ ਲੈਂਦਾ ਹੈ, ਉਸ ਦਾ ਝੂਰਨਾ ਖਤਮ ਹੋ ਜਾਂਦਾ। ਉਹ ਝੂਰਦਾ ਨਹੀਂ ਹੈ, ਕਿਉਂਕਿ ਉਸ ਦਾ ਕਾਰਜ ਪੂਰਾ ਹੋ ਗਿਆ, ਉਸ ਦਾ ਆਨੰਦ ਦੇ ਵਿੱਚ ਹੈ, ਖੁਸ਼ੀ ਦੇ ਵਿੱਚ ਹੈ। ਪ੍ਰਭੂ ਕੈ ਸਿਮਰਨ ਹਰ ਗੁਣ ਬਾਣੀ। ਪ੍ਰਭੂ ਦੇ ਸਿਮਰਨ ਦੇ ਵਿੱਚ ਹੀ ਫਿਰ ਹਰੀ ਦੇ ਗੁਣ, ਉਹ ਬਾਣੀ ਜਿਸ ਨੂੰ ਗੁਰ ਬਾਣੀ ਵੀ ਕਿਹਾ ਹੈ, ਉਹ ਕੌਣ ਦਿੰਦਾ ਹੈ? ਉਹ ਗਿਆਨ ਕੌਣ ਦਿੰਦਾ ਹੈ ਦੂਜਿਆਂ ਨੂੰ? ਜਿਨ੍ਹਾਂ ਨੂੰ ਪ੍ਰਭੂ ਆਪਣੇ ਸਿਮਰਨ ਦੇ ਵਿੱਚ ਲਾਉਂਦਾ ਹੈ। ਪ੍ਰਭੂ ਕੈ ਸਿਮਰਨ ਸਹਿਜ ਸਮਾਨੀ। ਕਿਉਂਕਿ ਉਹ ਸਹਿਜ ਦੇ ਵਿੱਚ ਸਮਾਏ ਨੇ, ਤੇ ਉੱਥੇ ਸਹਿਜ ਸਮਾ ਕੇ ਹੀ ਹਰੀ ਦੇ ਗੁਣ ਦਿੱਤੇ ਜਾਂਦੇ ਨੇ। ਉਹ ਬਾਣੀ, ਉਹ ਵਿਚਾਰ, ਉਹ ਗੁਰ ਦਾ ਗਿਆਨ ਫਿਰ ਉਹ ਜੀਵ ਦਿੰਦਾ ਹੈ ਜਿਹੜਾ ਪਹਿਲਾਂ ਆਪ ਸਿਮਰਨ ਦੁਆਰਾ ਪ੍ਰਭੂ ਦੇ ਵਿੱਚ ਸਮਾਇਆ ਹੈ, ਸਹਿਜ ਦੇ ਵਿੱਚ ਸਮਾਇਆ ਹੈ। ਪ੍ਰਭੂ ਕੈ ਸਿਮਰਨ ਨਿਸ਼ਚਲ ਆਸਨ। ਫਿਰ ਆਸਨ ਕਿੱਥੇ ਹੈ? ਨਿਸ਼ਚਲ, ਅਚਲ, ਸੰਸਾਰ ਦੇ ਵਿੱਚ ਨਹੀਂ, ਚੱਲਣਹਾਰ ਨਹੀਂ, ਅਚਲ। ਜਿੱਥੇ ਥਿਰ ਨਾਰਾਇਣ ਹੈ ਉੱਥੇ ਮਨ ਦਾ ਆਸਨ ਹੋ ਜਾਂਦਾ ਹੈ। ਪ੍ਰਭੂ ਕੈ ਸਿਮਰਨ ਕਮਲ ਵਿਗਾਸਨ। ਜਿਵੇਂ ਕਮਲ ਦਾ ਫੁੱਲ ਦਿਨ ਦੇ ਵਿੱਚ ਖਿੜ ਜਾਂਦਾ ਹੈ ਸੂਰਜ ਦੁਆਰਾ, ਇੱਦਾਂ ਹੀ ਮਨ ਜਿਹੜਾ ਹੈ ਸਾਡਾ
कमल के फुल की तरह विकास हो जाता है, खिड़ जाता, खिड़ आ जाता है। प्रभु के सिमरन अनहद चुनकार। प्रभु के सिमरन द्वारा ही अनहद, फिर अनहद का ज्ञान, अनहद की बाणी, अनहद दियां विचारां हुंदियां ने, अनहद की चुनकार है, त्रै गुणा दी नहीं, क्योंकि त्रै गुण अनहद नहीं है। अनहद की है? बिस्माद। इस करके फिर बिस्माद की विचार, बिस्माद नूं त्यावना, बिस्माद की चिलमिल दे आनंद नूं मनना। सुख प्रभु सिमरन का अंत ना पार। प्रभु सिमरन का जिहड़ा सुख है उसका तो कोई अंत पार ही नहीं है, क्योंकि हर एक चीज़ का सुख आपां कुछ समा मान सकते हाँ। संसार दे विच ही कुछ चीज़ों का सुख मान सकते हाँ। कुछ चीज़ें साडे कोल थोड़े समय वास्ते होंदियां, थोड़ा चिर सुख मान सकते हाँ, लेकिन इत्थे सदैवी सुख है, जुगां तक, जिहदा कोई अंत पारावार ही नहीं है। प्रभु दे सिमरन दे विच जिहड़ा सुख है वो है जिसका कोई अंत नहीं, कोई पारावार नहीं है, सदा ही उस प्रभु की मौज दे विच वासा हो जाता है। कबीर चरण कमल की मौज को कहो कैसे अनुमान। बाबा कबीर समझाते ने कि नरक सुरग ते मैं रहो, सतगुर कै प्रसाद, चरण कमल की मौज में रहूं अंत अर अत। पर रहा कि मैं सतगुर की कृपा दे नाल, पर रहेगा कित्थे कहते? उस प्रभु दे चरणों दे विच, उसकी मौज दे विच। कदों तक? आद तो अंत तक। हुण मुड़ के कदे भी जूना दे विच नहीं आवांगे। इस करके समझाते ने भी प्रभु सिमरन दे सुख का कोई अंत नहीं है, कोई पारावार नहीं है, सदैवी सुख है। सिमरै से जन जिनको प्रमया, पर सिमरदा वही है जिसनों आप प्रभु दया करता है, कृपा करता है। नानक तिन जन सरनी पै। ऐसे जनां दी शरण दे विच चले जाइए, फिर प्राप्त हुंदा है सिमरन, जिन्हां नूं आप प्रभु दया करता है, आप अपने सिमरन च लाउंदा है, फिर उन्हां द्वारा ज्ञान दिंदा है। जिहड़े उन्हां दी शरण विच आउंदे ने, शरण दे विच आउणा कोई शरीर दी शरण दे विच नहीं आउणा, क्योंकि शरीर दी शरण दे विच किन्ने क जीव आ सकते हैं, फिर शरीर ही नासवान है। इस करके प्रभु दे जनां द्वारा समझ के परमेश्वर दी शरण दे विच जाना है, निरंकार दी शरण दे विच जाना है। अज साइंस युग है, घर बैठे आपां जिवें होर सारे काम हुंदे ने साडे घर बैठे ऑनलाइन हो जाते ने, इदां ही अपना संगत भी घर बैठे हो जाती है। प्रभु दी शरण दे विच भी आपां घर बैठे ही समझ के जा सकते हाँ, पर सुख कित्थे मिलना है? प्रभु दी शरण दे विच। हर सिमरन कर भगत प्रगट। हरि दे सिमरन, प्रभु दे सिमरन द्वारा ही भगत पैदा होंदे ने, ते अपने भगतां द्वारा फिर आप ज्ञान देंदा है। हर सिमरन लग वेद उपाय, क्योंकि पहला भगत पैदा करता है, भगतां द्वारा फिर ज्ञान दे के फिर वेदां नूं लिखाउंदा है। वेद कदों बने? उहदे भगतां दी जिहड़ी बाणी है, जो अपने भगतां द्वारा ज्ञान दिता, उन्हां दी रसना ते बैठ के वो फिर वेद रूप विच साडे कोल ने। हर सिमरन पए सिद्ध जति दाते। हरि दी सिमरन दे नाल, प्रभु दे सिमरन दे नाल जीव सोजी हो जाती है, जति हो जाते हैं। जति की है? एक परमेश्वर दे हो जाना, बस गुर दे हो जाना, किसी दूजे नूं ना मनना
ना त्याउणा, ना किसी दूजे दे गुण गाउणे। जदों इस अवस्था चले जाता है मन, एक दा हो जाता है, फिर उसनूं अपना खजाना देंदा है, फिर वो एक दातां बख्शदा है प्रभु दी दात उसते चाकर बन के उस खजाने नूं वरताउंदे ने। पर ओही जिहड़े एक प्रभु दे हो जाते हैं, जिहड़े एक दी टेक रखते ने, दूजे दा कोई आसरा नहीं तकते, दूजे दा सहारा नहीं तकते, दूजे दी सिफ सलाह नहीं करते। हर सिमरन नीच चौं कुंट जाते। हरि सिमरन दे नाल नीच तो नीच, जो बंदा अपने आप को नीच समझ लेंदा है, वो फिर कित्थे चले जाता है? चौकुट, चौथे पाते विच, सहज दे विच। पर जिहड़ा अपने आप को बड़ा समझदा है, उत्थे नहीं जा सकता, क्योंकि नीचियां तो ऊंचा करता है। पर नीचा किसदा होना है? मन दा, गल्लां दे नाल नहीं। मन जदों नीवा हुंदा है, अपने आप को नीवा करता है, फिर नीचों ऊंच मालिक करता है सन। इस करके जिहड़े नीच समझते हैं अपने आप को, वही चौंक उठ जाते हैं। हर सिमरन तारी सब तरना। हरि सिमरन दे नाल ही फिर सानू सोची आ जाती है, किसदी? प्रभु दी, जिन्हें ये सारी सृष्टि नू पैदा किया है। कि किवें ये सृष्टि पैदा की, किवें पैदा की? प्रभु ने अपने तो नाम पैदा किया, ते नाम द्वारा दूजी कुदरत नू साजिया है। नाम के तारे सगले जंत, नाम के तारे खंड ब्रह्मांड, नाम के तारे सात सिमरत शास्त्र वेद पुराण, नाम के तारे सुन ज्ञान ध्यान, सारा कुछ नाम दा तारिया होया है। नाम के तारे सगल आकार, सारा कुछ नाम तो पैदा होया है। फिर उस प्रभु दे नाम दी सोची हो जाती है, जिसने आप ये सारा कुछ पैदा किया है। सिमर सिमर हर कारण करना। फिर सिमरदा किसनू है? जिसने ये सारा कारण किया है। कारण कौन है? एक प्रभु। जिसका कीता हुंदा है, तेरा कीता जातो नहीं, मैनू जोग कितोई। आप किसे नू अपने जोग बना लेंदा है, पर कारण करने वाला कौन है? आप, दूजा नहीं है। कारण कारण प्रभु एक है, दूसरा नहीं कोई, दूजा कोई कारण कारण है नहीं। इस करके समझाते ने कि वही फिर जरा कारण करने वाला है, उसे नू सिमरते ने, हरि नू सिमरते ने। पर सिमरते कदों ने? जदों आप कृपा करता है, अपने भगत पैदा कर देंदा, अपनी सोची देंदा है, समझा देंदा है कि किवें प्रभु ने ये सृष्टि साजी है, किवें इसदे विच वसिया होया है, कुदरत करके वसिया होया है। हर सिमरन कियो सगल आकारा। फिर पता चल जाता है कि सारे आकार किस तो पैदा हुए ने? प्रभु तो, नाम तो। इस करके उसे दा सिमरन करता है, जिन्हें ये जीव पैदा भी कीते, किवें पालदा है, किवें अपने जोत नू विच रखिया है, कित्थे रखिया है, किवें इस माटी पौन पानी अगन किवें परोए ने नाम दे विच। ये सारा है सोजी देंदा है। हर सिमरन में आप निरंकार, आप निरंकार प्रगट रूप विच हुंदा है। दोए रूप उसते नजर आउंदे ने, एक निर्गुण ते एक सरगुण। निर्गुण सरगुण निरंकार। आप प्रभु अपना ज्ञान करवा देंदा है, आप अपने भगती दे विच लाउंदा है, आप अपने सिमरन दे विच लाउंदा है, आप करवाउंदा है। किसनू करवाउंदा है? हमारा समझाउंदे ने, कर कृपा जिस आप बुझाया।
जिस ते किरपा करदा, जिसनूं आप बुझा दिंदा है, प्रगट हो जाता है। नानक गुरमुख हर सिमरन तिन पाया। ते सतगुर समझाउंदे ने कि वो फिर गुरमुख ने, उन्हां नूं हरी सिमरन प्राप्त हुंदा है। वो फिर जीवां नूं ये ज्ञान देंदे ने कि किवें आपां प्रभु दी भगती दे विच लगना है। इस करके जिन्हां ते खुश हुंदा है, जिन्हां नूं अपनी भगती विच लाउंदा है, उन्हां नूं फिर उन्हां दे हिरदे दे विच नाम बस जाता है। सुखां दी जो मणि है, सुखमनी सुख अमृत प्रभ नाम, भगत जना का है मन बेसा। फिर सिमरन प्राप्त होता है। फिर एक जीव द्वारा फिर होर जीव उस प्रभु का क्या लेंदे ने, क्योंकि एक प्रभु एक किसी एक नूं जलाउंदा है, फिर उस जन द्वारा होर जीव उस प्रभु नूं जाणदे ने। जिवें बाबा रविदास जी समझाउंदे ने, प्रभ ते जन जनीजै, भी प्रभु ते जन नूं ज्ञान हुंदा है। जन नूं जना देंदा आप प्रभु, जन ते स्वामी फिर अपने जना द्वारा फिर अपना ज्ञान दे के उस प्रभु आपा मिलाउंदा है, अपने नाल मिला लेंदा है, आपा जना देंदा है। पहला एक नूं जनाउंदा है, फिर एक द्वारा ज्ञान दे के दूजिਆਂ नूं जनाउंदा है। सो आओ हुण आपां नाल सिमरन करिए। भी किहड़ा सिमरन है, किवें आपां उस प्रभु दी शरण दे विच जाना है। इन्हां जन इत्थे सानूं समझा दिता प्रभु दे सिमरन दे विच कि सिमरन करदा कौन है, जिसनूं आप लाउंदा है। जिन्हां दी संगत शरण, जिन्हां दी संगत करके आपां फिर उस प्रभु दी शरण दे विच जाना है, जिथे जाके दूजा सलोक ते अष्टपदी आपां विचारांगे। आओ किवें आपां प्रभु दी शरण दे विच जाना है। कित्थे वसदा है प्रभु, नेड़े। जिन्हां नेड़े देख लिया प्रभु के सिमरन बसा हर नेड़े। जिन्हां नेड़े देख लिया वही दूजे नूं दसणगे किवें नेड़े देखना है। जिन्हां खुद ही नहीं देखा, जिहड़ा खुद ही भरम दे विच है, जिहड़ा खुद ही नहीं देखदा जां खुद ही अखां मीची बैठा, बंद कीती बैठा है, जिहड़ा समझदा है कि 9 द्वारां दे शरीर दे विच है, जां समझदा है कि किते बहुत दूर है, वो जो खुद भरम च है दूजिਆਂ नूं भी भरम च पाएगा। जो नेड़े देखदा है मालिक नूं, जिन्हां दे नेड़े वसदा है, वही दूजे जीवां नूं फिर दसणगे कि किवें आपां उस नूं नेड़े देखना है, कि किहड़े रस्ते नूं आपां शरण विच जाना है, किहड़ा रस्ता आपां भुल्ले हां ते किवें उस प्रभु दी शरण दे विच जाना है। जो मन है साडा वो नेत्रां दे विच है, क्योंकि जोत कित्थे है, मन दी नेत्रां दे विच। ए नेत्रो मेरेओ हर तो मैं जोत तरी। 2 नेत्र ने 2 जोतां हो चुकिया है मन। इस करके आपे नूं भुल गया ते परमेश्वर नूं भुल गया है। जे फिर एक हो जाएगा, फिर इसनूं आपे दी सोझी हो जाएगी ते प्रभु दी सोझी हो जाएगी, नाम दी सोझी हो जाएगी। हुण आपां पहला तां ये समझना हुंदा है कि असीं अपने आप नूं परखना है कि साडी अवस्था मन दी की है, शरीर दे नहीं। ये नहीं भी सानूं किन्ना ज्ञान है संसारी, किन्ने असीं वेद ग्रंथ पढ़े हैं। साडे मन दी अवस्था की है, असीं किस अवस्था विच विचरदे हैं। किहड़ी अवस्थावां ने, रजोगुण है, तमोगुण है, सतोगुण है, देवलोक है, चौथा पद है। अवस्थावां ने आप अपने आप नूं परख सकते हैं कि किवें आपां किहड़े अवस्था च विचरदे हैं। किवें परखिया जांदा है, दोनां नेत्रां नूं इस पॉइंट ते आपां दृष्टि नूं
ਇੱਥੇ ਫੋਕਸ ਕਰਨਾ ਹੈ, ਇੱਥੇ ਦੋਨਾਂ ਨੇਤਰਾਂ ਦੇ ਧਿਆਨ ਨੂੰ ਟਿਕਾਉਣਾ ਹੈ। ਧਿਆਨ ਟਿਕਾ ਕੇ ਇਹ ਦੇਖਣਾ ਹੁੰਦਾ ਹੈ ਕਿ ਸਾਨੂੰ ਆਪਣਾ ਨੱਕ ਨਜ਼ਰ ਆਉਂਦਾ ਹੈ ਜਾਂ ਨਹੀਂ। ਜੇ ਨੱਕ ਨਜ਼ਰ ਨਹੀਂ ਆਉਂਦਾ, ਫਿਰ ਸਾਡੇ ਮਨ ਦੀ ਜਿਹੜੀ ਅਵਸਥਾ ਹੈ ਉਹ ਦੇਵਤਾ ਅਵਸਥਾ ਹੈ। ਜੇ ਸਾਨੂੰ ਨੱਕ ਨਜ਼ਰ ਆਉਂਦਾ ਹੈ, ਫਿਰ ਆਪਾਂ ਇਹ ਦੇਖਣਾ ਵੀ ਕਿਸ ਪਾਸੇ ਨਜ਼ਰ ਆਉਂਦਾ ਹੈ। ਜੇ ਨੱਕ ਤਾਂ ਦਿਸਦਾ, ਪਰ ਕਿਸ ਪਾਸੇ, ਕਿਸ ਦਾ ਧਿਆਨ ਸੱਜੇ ਪਾਸੇ ਜ਼ਿਆਦਾ ਹੈ। ਤੇ ਸੱਜੇ ਪਾਸੇ ਜਿਹਨੂੰ ਨੱਕ ਸੱਜੇ ਪਾਸੇ ਦਿਸਦਾ ਹੈ ਸਿਰਫ, ਉਹ ਤਮੋਗੁਣੀ ਹੈ, ਕਿਉਂਕਿ ਇਸ ਪਾਸੇ ਤਮੋਗੁਣ ਹੈ। ਇਹ ਰਾਖਸ਼ ਨਦੀ ਹੈ, ਅਸੁਰ ਨਦੀ ਹੈ। ਤੇ ਜਿਸ ਨੂੰ ਆਪਣਾ ਨੱਕ ਸਿਰਫ ਖੱਬੇ ਪਾਸੇ ਨਜ਼ਰ ਆਉਂਦਾ ਹੈ, ਉਹ ਰਜੋਗੁਣ ਤੇ ਹੈ, ਕਿਉਂਕਿ ਇਸ ਪਾਸੇ ਰਜੋਗੁਣ ਹੈ। ਜੇ ਦਵੱਲੇ ਵਿਚਾਲੇ ਨਜ਼ਰ ਆਉਂਦਾ ਹੈ ਤੇ ਫਿਰ ਸਤੋਗੁਣ ਤੇ ਹੈ। ਜੇ ਨਜ਼ਰ ਨਹੀਂ ਆਉਂਦਾ, ਫਿਰ ਦੇਵਲੋਕ ਹੈ। ਤੱਕ ਉਸ ਤੋਂ ਬਾਅਦ ਹੈ ਜਿੱਥੇ ਆਪਣੇ ਗੁਰੂ ਸਾਹਿਬਾਨਾਂ ਦਾ ਗਿਆਨ ਸ਼ੁਰੂ ਹੁੰਦਾ, ਜੋ ਪ੍ਰਚੰਡ ਗਿਆਨ ਹੈ। ਗੁਰ, ਜੋ ਕਿ ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾ ਕੇ ਆਪਾਂ ਧਿਆਉਣਾ ਸ਼ੁਰੂ ਕਰਨਾ ਹੈ, ਜਿਸ ਦੁਆਰਾ ਸਾਡਾ ਮੁਖ ਉਜਲ ਹੋਣਾ ਹੈ। ਜਿਨ੍ਹਾਂ ਦਾ ਮੁਖ ਪ੍ਰਕਾਸ਼ ਹੋ ਜਾਂਦਾ ਹੈ, ਉਹ ਮੁਕਤ ਹੋ ਜਾਂਦੇ ਨੇ, ਉਹ ਦਰਗਾਹ ਦੇ ਵਾਸੀ ਹੋ ਜਾਂਦੇ ਨੇ, ਚੌਥੇ ਪਦ ਦੇ ਵਾਸੀ ਹੋ ਜਾਂਦੇ ਨੇ। ਸੋ ਆਓ ਹੁਣ ਆਪਾਂ ਆਪਣੇ ਆਪ ਨੂੰ ਪਹਿਲਾਂ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਪਰਖਣਾ ਹੈ। ਇਹਦਾ ਇਹ ਦੇਖਣਾ ਹੈ ਕਿ ਸਾਡਾ ਧਿਆਨ ਕਿਸ ਪਾਸੇ ਜ਼ਿਆਦਾ ਹੈ। ਅਸੀਂ ਤਮੋ ਗੁਣੀ ਹਾਂ, ਰਜੋ ਗੁਣੀ ਹਾਂ, ਸਤੋ ਗੁਣੀ ਹਾਂ, ਜਾਂ ਅਸੀਂ ਇੱਕ ਦ੍ਰਿਸ਼ਟ ਹਾਂ, ਦੇਵਲੋਕ ਦੇ ਵਾਸੀ ਹਾਂ। ਜਾਂ ਜਿਹੜੇ ਧਿਆਉਂਦੇ ਨੇ ਉਹਨਾਂ ਆਪਣੇ ਮੁਖ ਨੂੰ ਦੇਖਣਾ ਹੈ ਕਿ ਉਜਲ ਹੈ। ਜੇ ਮੁਖ ਉਜਲ ਹੈ ਤੇ ਅਸੀਂ ਦਰਗਾਹ ਦੇ ਵਾਸੀ ਹਾਂ। ਜੇ ਸਾਨੂੰ ਆਪਣਾ ਮੁਖ ਪ੍ਰਕਾਸ਼ ਦਿਸਦਾ ਹੈ, ਚਮਕਦਾ ਨਜ਼ਰ ਆਉਂਦਾ ਹੈ। ਆਓ ਪਰਖੀਏ। ਫਿਰ ਮੈਂ ਇੱਥੋਂ ਹੀ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਾਂਗੇ ਵਿਸ਼ਵਾਸ ਦੇ ਨਾਲ। ਫਿਰ ਜਦੋਂ ਮੈਂ ਕਹਾਂਗਾ ਮਸਤਕ, ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੇਣੀਆਂ ਨੇ। ਫਿਰ ਜਦੋਂ ਕਹਾਂਗਾ ਸਾਹਮਣੇ ਧਿਆਨ ਲੈ ਕੇ ਆਓ, ਫਿਰ ਸਾਹਮਣੇ ਦੇਖਣਾ ਹੈ। ਫਿਰ ਜਦੋਂ ਕਹਾਂਗੇ ਸਮ ਕਰਕੇ ਦੇਖੋ, ਫਿਰ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ ਆਪਣੇ ਆਪ ਨੂੰ। ਜਿਹੜੇ ਦੋ ਦ੍ਰਿਸ਼ਟ ਨੇ ਜਿਹਨਾਂ ਨੂੰ ਨੱਕ ਨਜ਼ਰ ਆਉਂਦਾ ਹੈ, ਚਾਹੇ ਸੱਜੇ ਆਉਂਦਾ ਹੈ, ਖੱਬੇ ਆਉਂਦਾ, ਵਿਚਾਲੇ ਕਿਤੇ ਵੀ ਆਉਂਦਾ ਹੈ, ਉਹ ਨਾ ਵਾਪਸ ਆ ਕੇ ਦੇਖਣਾ ਹੈ ਕਿ ਸਾਨੂੰ ਨੱਕ ਦਿਸਣੋਂ ਹਟ ਗਿਆ। ਜਾਂ ਇੱਕ ਪਰਛਾਈ ਟੈਪ, ਇੱਕ ਧੁੰਦਲਾਪਣ ਜਿਹਾ ਪਰਛਾਈ ਜੀ ਇਸ ਪਾਸੇ ਨਜ਼ਰ ਆ ਸਕਦੀ ਖੱਬੇ, ਸਿਰਫ ਪਰਛਾਈ ਜੀ, ਨੱਕ ਨਹੀਂ। ਫਿਰ ਅਸੀਂ ਸਮਝ ਲੈਣਾ ਹੈ ਕਿ ਅਸੀਂ ਹੁਣ ਦੇਵਤੇ ਬਣ ਗਏ ਹਾਂ। ਤੇ ਫਿਰ ਆਪਾਂ ਧਿਆਉਣਾ ਸਿੱਖਣਾ ਹੈ, ਧਿਆ ਕੇ ਮੁਖ ਉਜਲ ਕਰਨਾ ਹੈ, ਤੇ ਉਸ ਦੇ ਨਾਲ ਆਪਾਂ ਦਰਗਾਹ ਦੇ ਵਾਸੀ ਬਣ ਜਾਂਦੇ ਹਾਂ। ਸੋ ਆਓ ਗੁਰਮੁਖ ਪਿਆਰਿਓ, ਆਓ ਪਹਿਲਾਂ ਨੇਤਰ ਸਮ ਕਰੀਏ। ਜਿਹੜੇ ਜੀ ਪਹਿਲਾਂ ਧਿਆਉਂਦੇ ਨੇ ਉਹਨਾਂ ਦੇਖਣਾ ਆਪਣੇ ਪ੍ਰਕਾਸ਼ ਰੂਪ ਨੂੰ ਕਿ ਕਿਤੇ ਮੈਲ ਤਾਂ ਨਹੀਂ ਲੱਗੀ, ਕਿਉਂਕਿ ਸੰਸਾਰ 'ਚ ਵਿਚਰਦੇ ਹਾਂ। ਕਾਜਲ ਦੀ ਕੋਠੜੀ ਹੈ ਸੰਸਾਰ, ਤੇ ਇਸ ਦੇ ਵਿੱਚ ਬੜਿਆਂ ਥੋੜ੍ਹੀ ਬਹੁਤੀ ਕਾਲਸ ਲੱਗਦੀ ਹੈ, ਜਿੰਨਾ ਮਰਜ਼ੀ ਬਚ ਜਾਈਏ। ਤੇ ਇਸ ਕਰਕੇ ਆਪਾਂ ਸ਼ਾਮ ਨੂੰ ਧੋ ਲੈਣੀ ਹੁੰਦੀ ਹੈ, ਧੋਂਦੇ ਰਹਿਣਾ ਹੁੰਦਾ ਹੈ, ਚੈੱਕ ਕਰਦਾ ਰਹਿਣਾ ਆਪਣੇ ਆਪ ਨੂੰ। ਆਓ ਕਰੀਏ ਨੇਤਰ ਸਮ ਕਰੀਏ, ਦੇਖੀਏ ਇੱਥੇ ਦ੍ਰਿਸ਼ਟੀ ਫੋਕਸ ਕਰਕੇ। ਸਾਹਮਣੇ ਲੈ ਕੇ ਆਈਏ ਧਿਆਨ।
मस्तक दे सामने लै जो पलका उत्ते चुक दो। फिर सामने लेके आइए। फिर नक ते सम करके देखिए अपने आप नूं। अगर किसी नूं पहला नक नज़र आउंदा सी, उसने देखना कि हुण नज़र आउणों हट गया, जां हल्का हल्का एक परछाई टाइप खब्बे पासे जे नज़र आउंदा है, क्योंकि खब्बे पासे ही प्रकाश नक ने चमकना है अपने ने। ਜਿਹੜੇ ਪੁਰਾਣੇ ਨੇ ਉਹ ਦੇਖਣਾ ਹੁੰਦਾ ਹੈ ਕਿ ਆਪਣਾ ਨੱਕ ਸ਼ੀਸ਼ੇ ਦੀ ਤਰ੍ਹਾਂ ਸਾਨੂੰ ਆਰ ਪਾਰ ਨਜ਼ਰ ਆਉਂਦਾ ਹੈ, ਜਿਵੇਂ ਸ਼ੀਸ਼ਾ ਚਮਕਦਾ, ਹੀਰਾ ਚਮਕਦਾ ਹੈ, ਇੱਦਾਂ ਆਪਾਂ ਚਮਕ ਰਿਹਾ ਹੈ ਨੱਕ। नीचे लै जाओ ध्यान, मन नूं नीचा करना है, नीवा रखना है। थले जो विछया है, चादर है, फर्श है, जिथे भी आप बैठे हाँ, जो थले विछया होया है उस तो थोड़ा जिहा आपां उत्ते देखण दी कोशिश करनी है। रिलैक्स, जोर नहीं लगाना। फर्ज करो चादर विछी है, चादर ते आपां बैठे बैठते चादर तो थोड़ा ऊपर देखना है, कोशिश करनी। उत्थे सानू प्रकाश अनुभव होना शुरू हो जाएगा, एक हलचल पानी की तरह अनुभव होनी शुरू हो जाएगी, जिसनू आपां ध्याना है, ध्याउंदे रहना है, ध्यान लगाना है जिसदे विच। और सम करके अपने आप को देखिए। फिर नीचे लै जाओ ध्यान।
नीचे लै जो ध्यान। सम करके देखिए अपने आप नूं। नीचे देखो, बिल्कुल रिलैक्स, जोर नहीं लगाना, बिल्कुल रिलैक्स देखना है। थोड़ा उत्ते चादर जो भी है उस तो थोड़ा उत्ते देखना। इत्थे प्रकाश अनुभव होएगा, जिमें पानी दी लहरां हुंदियां ने, जिमें सरोवर च जल दी लहरां हुंदियां, इदां ही इत्थे सानू प्रकाश दी लहरां अनुभव होणगे। सामने लेके आइए ध्यान।
मस्तक दे सामने लै जो, पलका उत्ते चुक। फिर सामने लेके आइए ध्यान। नीचे देखो, बिल्कुल रिलैक्स। और सम करके देखिए अपने आप में। वाहिगुरु जी का खालसा, वाहिगुरु जी की फतेह। सो गुरमुख प्यारिओ, इदां आपां नेड़े देखण दा अभ्यास है। मन नूं नीवां लैके जाना, फिर आपां
ये पौड़ियाँ चढ़ना है, उत्थे जाना है जिथे ऊंचे थां ते प्रभु वसदा। बड़ा साहिब ऊंचा था, ऊंचे उपर ऊंचा नौ। किथे है साडे शरीर के 10वें द्वार दे विच, सहज गुफा दे विच ऊंचे थां ते ताड़ी लाई है। सो इस तरीके नाल आपां कमाउणा है, ध्यान लगाउणा है ते मुख उज्जल होना है इस ध्यान दे नाल। ते जिन्हां दा मुख उज्जल हुंदा है उन्हां दी कालना थाएं पैंदी है। जिन्हों आपां पढ़दे हां, जिनी नाम ते आया गए मसकत, काल नानक ते मुख उजले कीती छुट्टी ना। आप भी छुड़ जाते, अपने मुख उजल हो जाते। होर किन्ने जीव, एक नहीं दो नहीं, उन्हां दा संग करके ज्ञान लैके वो भी छुड़ जाते हैं, वो भी मुक्त हो जाते हैं। आओ इन्नी कुछ विचार करते हैं। बहुत सारिया भुलां हो गई होणगियां। आप संगत सतगुरु जी बख्शण योग हो, बख्श लेना जी। वाहिगुरु जी का खालसा, वाहिगुरु जी की फतेह।